ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਨਿਲ ਕੁਮਾਰ। ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਸੋ ਦੋਸਤੋ, ਇਸ ਤੋਂ ਪਹਿਲਾਂ ਅਸੀਂ 2 ਪਾਰਟ ਲੈ ਕੇ ਆ ਚੁੱਕੇ ਹਾਂ ਟਾਈਮ ਐਂਡ ਵਰਕ ਦੇ। ਸੋ ਅੱਜ ਆਪਾਂ ਤੀਜਾ ਪਾਰਟ ਡਿਸਕਸ ਕਰਾਂਗੇ। ਉਮੀਦ ਹੈ ਬੱਚੇ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਲਈ ਹੋਊਗੀ। ਜਿਨ੍ਹਾਂ ਸਟੂਡੈਂਟਸ ਨੇ ਉਹ ਵੀਡੀਓਜ਼ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟਾਈਮ ਐਂਡ ਵਰਕ ਪਾਰਟ 1 ਤੇ ਟਾਈਮ ਐਂਡ ਵਰਕ ਪਾਰਟ 2 ਦੇ ਲਿੰਕਸ ਨੇ। ਸੋ ਉਹ ਵੀਡੀਓ ਨੂੰ ਤੁਸੀਂ ਜ਼ਰੂਰ ਦੇਖੋ ਬੱਚੇ। ਸੋ ਅੱਗੇ ਡਿਸਕਸ ਕਰਦੇ ਹਾਂ ਆਪਾਂ। ਦੇਖੋ ਅੱਗੇ ਦੇਖੋ, ਕੁਐਸਚਨ ਜਿਹੜਾ ਆਪਾਂ ਕੱਲ ਕੀਤਾ ਸੀ ਉਸ ਤੋਂ ਅੱਗੇ ਨੇ। ਕਹਿੰਦਾ A ਕਿਸੇ ਕੰਮ ਨੂੰ ਕਰਦਾ ਹੈ ਬੱਚੇ ਆਪਣਾ ਮੰਨ ਲਓ 24 ਦਿਨਾਂ ਦੇ ਵਿੱਚ, ਠੀਕ ਹੈ। B ਉਸੇ ਕੰਮ ਨੂੰ ਕਰਦਾ ਹੈ 36 ਦਿਨਾਂ ਦੇ ਵਿੱਚ, ਤੇ C ਹੈ ਜਿਹੜਾ ਉਹ ਉਸੇ ਕੰਮ ਨੂੰ ਕਰਦਾ ਹੈ 48 ਦਿਨਾਂ ਦੇ ਵਿੱਚ, ਠੀਕ ਹੈ। ਇਹ ਕੁਐਸਚਨਸ ਹੈ। ਹੁਣ ਉਹ ਕਹਿੰਦਾ ਹੈ ਦੇ ਸਟਾਰਟ ਵਰਕ ਟੂਗੈਦਰ, ਵੀ ਉਹ ਤਿੰਨੋਂ ਇਕੱਠੇ ਕੰਮ ਸ਼ੁਰੂ ਕਰਦੇ ਨੇ ਵਰਕ ਟੂਗੈਦਰ, ਠੀਕ ਹੈ ਜੀ। ਬਟ ਆਫਟਰ 4 ਡੇਜ਼, 4 ਦਿਨ ਬਾਅਦ ਕੀ ਹੁੰਦਾ ਹੈ, ਸੀ ਲੈਫਟ ਦਾ ਜੌਬ, ਯਾਨੀ 4 ਦਿਨ ਬਾਅਦ ਕੀ ਹੋ ਗਿਆ, ਸੀ ਕੰਮ ਛੱਡ ਕੇ ਚਲਾ ਗਿਆ। ਐਂਡ 3 ਡੇਜ਼ ਬਿਫੋਰ ਕੰਪਲੀਸ਼ਨ ਆਫ ਦਾ ਵਰਕ, ਵੀ ਕੰਮ ਖਤਮ ਹੋਣ ਤੋਂ 3 ਦਿਨ ਪਹਿਲਾਂ ਕੰਪਲੀਸ਼ਨ ਆਫ ਦਾ ਵਰਕ, ਏ ਲੈਫਟ ਦਾ ਜੌਬ, ਵੀ ਜਿਹੜਾ ਏ ਹੈ ਉਹ ਕੰਮ ਛੱਡ ਕੇ ਚਲਾ ਗਿਆ, ਠੀਕ ਹੈ। ਦੈਨ ਫਾਈਂਡ in how many days whole work would be completed, ਸੋ ਸੱਚੇ ਅਸੀਂ ਪਤਾ ਕਰਨਾ ਹੈ ਵੀ ਪੂਰਾ ਕੰਮ ਦੱਸੋ ਫਿਰ ਕਿੰਨੇ ਦਿਨਾਂ ਦੇ ਵਿੱਚ ਪੂਰਾ ਹੋਊਗਾ, ਠੀਕ ਹੈ। ਸਾਰਾ ਕੰਮ ਦੇਖੋ, ਉਸਨੇ ਕਿਹਾ ਵੀ A ਕਿਸੇ ਕੰਮ ਨੂੰ ਕਰਦਾ ਹੈ 24 ਦਿਨਾਂ 'ਚ, B ਕਰਦਾ ਹੈ ਉਸੇ ਕੰਮ ਨੂੰ 36 ਦਿਨਾਂ 'ਚ, ਤੇ C ਕਰਦਾ ਹੈ 48 ਦਿਨਾਂ 'ਚ। ਤਿੰਨਾਂ ਨੇ ਇਕੱਠੇ ਕੰਮ ਸ਼ੁਰੂ ਕੀਤਾ, ਠੀਕ ਹੈ। ਬਟ ਕੰਮ ਸ਼ੁਰੂ ਹੋਣ ਤੋਂ 4 ਦਿਨ ਬਾਅਦ ਕੀ ਹੋ ਗਿਆ, ਸੀ ਕੰਮ ਛੱਡ ਕੇ ਚਲਾ ਗਿਆ। ਔਰ ਜਦੋਂ ਕੰਮ ਖਤਮ ਹੋਣਾ ਸੀ ਉਸ ਤੋਂ 3 ਦਿਨ ਪਹਿਲਾਂ ਏ ਕੰਮ ਛੱਡ ਕੇ ਚਲਾ ਗਿਆ। ਸੋ ਅਸੀਂ ਦੱਸਣਾ ਪੂਰਾ ਕੰਮ ਕਿੰਨੇ ਦਿਨ ਦੇ ਵਿੱਚ ਹੋਇਆ। ਸਭ ਤੋਂ ਪਹਿਲਾਂ ਤਾਂ ਬੱਚੇ ਆਪਾਂ ਨੂੰ ਕੀ ਲੈਣਾ ਪਊਗਾ ਵੀ ਪੂਰਾ ਕੰਮ ਕਿੰਨਾ। ਪੂਰਾ ਕੰਮ ਕਿਵੇਂ ਲਵਾਂਗੇ, ਇਹਨਾਂ ਦਾ LCM ਲਵਾਂਗੇ, ਜੋ ਕਿ ਕਿੰਨਾ ਹੋ ਗਿਆ ਬੱਚੇ 144 ਯੂਨਿਟ ਆ ਗਿਆ, ਠੀਕ ਹੈ। ਹੁਣ A 24 ਦਿਨਾਂ ਦੇ ਵਿੱਚ 144 ਯੂਨਿਟ ਕੰਮ ਕਰਦਾ ਹੈ, ਯਾਨੀ ਇੱਕ ਦਿਨ 'ਚ ਕਿੰਨਾ ਕਰੂਗਾ, 6 ਕਰੂਗਾ ਨਾ। ਦੇਖੋ ਕਿਵੇਂ ਆਊਗਾ, 144 ਨੂੰ ਅਸੀਂ 24 ਨਾਲ ਡਿਵਾਈਡ ਕਰਾਂਗੇ, ਯਾਨੀ A ਇੱਕ ਦਿਨ 'ਚ ਕਿੰਨਾ ਕਰਦਾ ਹੈ 6। B 36 ਦਿਨਾਂ 'ਚ 144 ਕਰਦਾ ਹੈ ਤਾਂ ਇੱਕ ਦਿਨ 'ਚ ਕਿੰਨਾ ਕਰੂਗਾ, ਇੱਕ ਦਿਨ 'ਚ ਕਰੂਗਾ 4, ਯਾਨੀ B ਇੱਕ ਦਿਨ ਦੇ ਵਿੱਚ 4 ਯੂਨਿਟ ਕੰਮ ਕਰਦਾ ਹੈ। C 48 ਦਿਨਾਂ ਦੇ ਵਿੱਚ 144 ਕਰਦਾ ਹੈ ਤਾਂ ਇੱਕ ਦਿਨ 'ਚ ਕਿੰਨਾ ਕਰੂਗਾ 3 ਯੂਨਿਟ। ਤਾਂ ਇਹਦਾ ਮਤਲਬ ਸਾਰੇ ਮਿਲ ਕੇ A B ਤੇ C ਕਿੰਨਾ ਕਰਨਗੇ, A ਕਰਦਾ 6, B ਕਰਦਾ 4 ਤੇ C ਕਰਦਾ 3, ਯਾਨੀ ਕਿ ਇਹ ਸਾਰੇ ਮਿਲ ਕੇ ਇੱਕ ਦਿਨ ਦੇ ਵਿੱਚ 13 ਯੂਨਿਟ ਕੰਮ ਕਰਦੇ ਨੇ। ਸਾਰੇ ਕੌਣ ਹੋ ਗਏ ਬੱਚਿਓ, A B ਤੇ C ਤਿੰਨੋਂ ਮਿਲ ਕੇ ਇੱਕ ਦਿਨ ਦੇ ਵਿੱਚ 13 ਯੂਨਿਟ ਕੰਮ ਕਰਦੇ ਨੇ, ਠੀਕ ਹੈ ਜੀ। ਸੋ ਹੁਣ ਉਸ ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ ਵੀ A B ਤੇ C ਨੇ ਕੰਮ ਸ਼ੁਰੂ ਕੀਤਾ, ਠੀਕ ਹੈ ਜੀ। ਕਿੰਨੇ ਦਿਨ ਕੰਮ ਕੀਤਾ, 4 ਦਿਨ ਕੰਮ ਇਕੱਠੇ ਕੀਤਾ। ਹੁਣ ਹੋਇਆ ਕਿ ਫਿਰ ਕਹਿੰਦਾ ਵੀ C ਛੱਡ ਕੇ ਚਲਾ ਗਿਆ, ਸੋ ਕੌਣ ਰਹਿ ਗਿਆ ਫਿਰ, A ਤੇ B ਰਹਿ ਗਿਆ, ਯਾਨੀ ਫਿਰ A ਤੇ B ਨੇ ਕੀਤਾ। ਹੁਣ ਜਦੋਂ ਕੰਮ ਖਤਮ ਹੋਣਾ ਸੀ 3 ਦਿਨ ਪਹਿਲਾਂ ਫਿਰ A ਵੀ ਛੱਡ ਗਿਆ, ਸੋ ਲਾਸਟ ਦੇ 3 ਦਿਨ ਕੰਮ ਕਿੰਨੇ ਕੀਤਾ ਫਿਰ ਬੱਚੇ, B ਨੇ ਕੀਤਾ। ਕਲੀਅਰ ਹੈ, ਲਾਸਟ ਦੇ 3 ਦਿਨ ਕੰਮ ਕਿੰਨੇ ਕੀਤਾ ਫਿਰ, B ਨੇ ਕੀਤਾ। ਕਲੀਅਰ ਹੈ ਜੀ। 4 ਦਿਨ ਇਕੱਠੇ ਕੰਮ ਕੀਤਾ, ਫਿਰ C ਛੱਡ ਗਿਆ, ਫਿਰ A ਤੇ B ਨੇ ਕੀਤਾ। ਔਰ ਜਦੋਂ ਕੰਮ ਖਤਮ ਹੋਣਾ ਸੀ 3 ਦਿਨ ਪਹਿਲਾਂ A ਵੀ ਛੱਡ ਗਿਆ ਸੀ, ਯਾਨੀ ਕਿ ਲਾਸਟ ਦੇ 3 ਦਿਨ ਕੌਣ ਰਹਿ ਗਿਆ, B ਰਹਿ ਗਿਆ, ਠੀਕ ਹੈ ਜੀ। ਹੁਣ ਤੁਸੀਂ ਦੇਖੋ, ਜਦੋਂ ਇਹ ਸਾਰੇ ਇਕੱਠੇ ਕੰਮ ਕਰਦੇ ਨੇ ਤਾਂ ਇਹ ਸਾਰੇ ਮਿਲ ਕੇ ਇੱਕ ਦਿਨ 'ਚ ਕਿੰਨਾ ਕੰਮ ਕਰਦੇ ਨੇ, 13 ਯੂਨਿਟ ਕੰਮ ਕਰਦੇ ਨੇ। ਯਾਨੀ A B ਤੇ C ਸਾਰੇ ਮਿਲ ਕੇ ਇੱਕ ਦਿਨ 'ਚ 13 ਯੂਨਿਟ ਕੰਮ ਕਰਦੇ ਨੇ। ਉਹਨਾਂ ਨੇ 4 ਦਿਨ ਇਕੱਠੇ ਕੰਮ ਕੀਤਾ, ਯਾਨੀ ਕਿ ਕਿੰਨਾ ਕੰਮ ਕਰਤਾ ਉਹਨਾਂ ਨੇ, 52 ਯੂਨਿਟ ਕੰਮ ਕਰਤਾ, ਠੀਕ ਹੈ ਬੱਚੇ। ਅਗਰ ਉਹਨਾਂ ਨੇ 4 ਦਿਨਾਂ 'ਚ 52 ਯੂਨਿਟ ਕੰਮ ਕਰਤਾ ਔਰ B ਨੇ 3 ਦਿਨ ਕੀਤਾ ਕੰਮ, B 3 ਦਿਨ 'ਚ ਕਿੰਨਾ ਕਰ ਦੂਗਾ, B ਹੈ ਜਿਹੜਾ ਉਹ ਇੱਕ ਦਿਨ ਦੇ ਵਿੱਚ 4 ਯੂਨਿਟ ਕੰਮ ਕਰਦਾ ਹੈ ਤਾਂ 3 ਦਿਨ 'ਚ ਕਿੰਨਾ ਕਰ ਦੂਗਾ, 3 ਚੌਕਾ 12 ਯੂਨਿਟ, ਯਾਨੀ B ਨੇ ਲਾਸਟ ਦੇ 3 ਦਿਨ ਦੇ ਵਿੱਚ ਕਿੰਨਾ ਕੰਮ ਕੀਤਾ, 12 ਯੂਨਿਟ। ਤਾਂ ਕਿੰਨਾ ਹੋ ਗਿਆ ਦੇਖੋ, 52 ਯੂਨਿਟ ਕੰਮ ਇੱਧਰੋਂ ਹੋਇਆ, 12 ਇੱਧਰੋਂ ਹੋਇਆ, ਯਾਨੀ ਕਿ ਅਸੀਂ ਕਹਿ ਸਕਦੇ ਹਾਂ 52 ਜਮਾ 12 ਯਾਨੀ ਕਿ 64 ਯੂਨਿਟ ਕੰਮ ਹੋ ਗਿਆ। ਕਿੰਨਾ ਹੋ ਗਿਆ, 64 ਯੂਨਿਟ ਕੰਮ ਹੋ ਗਿਆ। ਸੋ ਜਿਹੜਾ ਟੋਟਲ ਕੰਮ ਸੀ ਬੱਚੇ ਉਹ ਸੀ 144 ਯੂਨਿਟ, ਜਿਹਦੇ ਵਿੱਚੋਂ 52 ਇੱਧਰੋਂ ਹੋ ਗਿਆ, 12 ਇੱਧਰੋਂ ਹੋ ਗਿਆ, ਯਾਨੀ 64 ਯੂਨਿਟ ਕੰਮ ਹੋ ਗਿਆ। ਤੇ ਬਾਕੀ ਕਿੰਨਾ ਰਹਿ ਗਿਆ, 144 ਚੋਂ ਅਸੀਂ 64 ਮਾਈਨਸ ਕਰ ਦਾਂਗੇ,
यानी कि बाकी जिहड़ा रह गया वो 80 यूनिट कम रह गया। कितना रह गया बच्चे? 80 यूनिट कम रह गया। हुण जिहड़ा ये 80 यूनिट कम करना है बच्चे, किन्ने करना है? ए ते बी ने करना है। सो क्वेश्चन है ए ते बी ये 80 यूनिट कम किन्ने दिन दे विच कर दूगा। हुण तुसीं देखो ए एक दिन च करदा है 6, बी एक दिन च करदा है 4, यानी अगर ए ते बी मिल के करन तां एक दिन दे विच किन्ना कर दिंदे ने? 10 करदे ने। अगर ए ते बी एक दिन च 10 करदे ने तां 80 किन्ने दिन च करनगे? यानी कि 8 दिनां च। सो ये आ गया ए ते बी ने ये 80 यूनिट काम 8 दिनां च करता। हुण ये पूरा काम हो गया। हुण पुछया भी पूरा काम किन्ने दिन दे विच होऊगा। पूरा काम देखो किन्ने दिन च होया? 4 दिन ये ने, 4 ते 8 किन्ने हो गए? 12 और 3 दिन ये ने, यानी कि पूरा काम है जिहड़ा वो किन्ने दिनां दे विच हो गया? 15 दिनां दे विच हो जाऊगा। 4 ते 8 12, 12 ते 3 किन्ने हो गए? 15। सो इस क्वेश्चन का सही आंसर आऊगा भी पूरा काम किन्ने दिन दे विच होया? 15 दिनां दे विच होया। ठीक है, उम्मीद करदा समझ आया होगा। चलो अगले क्वेश्चन वाल चलते हैं। देखो अगला क्वेश्चन की कहता है। सो नैक्सट देखो क्वेश्चन की है अपने कोल। सो क्वेश्चन है कहता ए किसी काम नूं करदा है, मान लो 9 दिनां दे विच करदा है, बी उसे काम नूं किन्ने दिन च करदा है? 12 दिनां दे विच करदा है। ठीक है, तो क्वेश्चन है दे स्टार्ट वर्क ऑन अल्टरनेट डेज। किदां करदे ने बच्चे? अल्टरनेट डेज से उन्होंने काम करना शुरू किया। ठीक है, कहता इफ ए स्टार्ट द वर्क, जेकर ए ने काम शुरू किया होवे, दैन फाइंड इन हाउ मैनी डेज होल वर्क वुड बी कंप्लीटेड। होल वर्क वुड बी कंप्लीटेड। सो असी बच्चे ये पता करना है, पता करो फिर पूरा काम किन्ने दिन च खत्म होया। ठीक है, ए करदा है किसी काम नूं 9 दिनां च, बी करदा है उसे काम नूं 12 दिनां दे विच। उन्होंने इकट्ठे काम शुरू किया, इकट्ठे नहीं किया, यानी कि अल्टरनेट डेज से काम करना शुरू किया। कहता जेकर ए काम शुरू करता होएगा तो दसो फिर पूरा काम किन्ने दिन च हो जाऊगा। ठीक है जी, सब तो पहला बच्चे आप देखांगे पूरा काम कितना है, यानी कि इन्हां दा एलसीएम आऊगा जो कि कितना आऊगा? 36 यूनिट। ठीक है जी, हुण ए 9 दिनां दे विच 36 यूनिट काम करदा है, यानी ए एक दिन दे विच कितना काम करदा है? 4 यूनिट काम करदा है। बी 12 दिनां दे विच 36 करदा है, यानी बी है जिहड़ा वो एक दिन दे विच कितना काम करदा है? 3 यूनिट काम करदा है। ठीक है, हुण उन्हें कहा कि भी टोटल काम 36 यूनिट है। ए ते बी ने ए ने काम शुरू किया तो ए पहले दिन कितना काम कर दूगा बच्चे? एक दिन च कितना करदा? 4। तो जिहड़ा ए है वो पहले दिन 4 यूनिट काम कर दूगा। फिर दूजे दिन कौन करूगा? बी करूगा। तो यानी बी अगले दिन कितना काम कर दूगा? 3 यूनिट कर दूगा। अगले दिन फिर ए करूगा, ए कितना कर दूगा? 4 यूनिट। फिर बी का टर्न आ जाऊगा, यानी कि बी कितना कर दूगा? 3 यूनिट कर दूगा। यानी कि क्लीयर है भी इदा ही काम होंदा रहूगा 4 3 4 3, यानी कि ये टोटल वर्क कितना हो गया? 7 यूनिट। तो तुसीं कह दोगे 7 यूनिट, अगे भी कितना होगा? 7 यूनिट, यानी कि 1 ते 2 हर 2 दिन दे विच 7 यूनिट काम हो रहा है। हर 2 दिन कितना काम हो रहा है? 7 यूनिट काम हो रहा है। तो ये 7 कितनी बार आऊगा? तो तुसीं देखो टोटल काम है 36, तो 7 कितनी बार आऊगा? 2 दिन 7 हो रहा, 7 5 35, यानी 35 यूनिट काम तक 7 कितनी बार आऊगा? 5 बार आऊगा। देखो 7 7 दूनी 14, 7 या 21, 7 चौका 28, 7 5 35, यानी इत्थों लैके इत्थे तक 35 यूनिट काम हो गया। 35 यूनिट काम हो गया तो 7 कितनी बारी आया? 5 बार आया, यानी 5 बारी, यानी कि टोटल कितने दिन हो गए बच्चे? देखो टोटल दिन हो गए थोड़े 2 ते 2 4, 2 6, 2 8 ते 2 10, यानी कि तुसी कह सकते हो 10 दिनों के 35 यूनिट काम हो गया। पर वो कहता 36 करना है, तो यानी कि हुण 1 यूनिट काम करना है। 1 यूनिट काम कौन करूगा? ए बी ए का टर्न आऊगा, तो यानी ए अगले दिन 1 यूनिट काम कर दूगा, हो गया 36। पर ए 1 यूनिट काम तो करूगा, लेकिन किन्ने दिन च कर दूगा? पूरे दिन च ए 4 करता है, यानी कि पूरे दिन च 4 लगते, पूरा दिन तो लगूगा नहीं 1 यूनिट में। तो 1 यूनिट में करना है तो पूरे दिन च 4, यानी कि 1/4 दिन लगणगे। तो टोटल काम हो गया 10 दिन आ हो गए 1/4, यानी कि पूरा काम है जिहड़ा वो 10 ही 1/4
4 ਦਿਨਾਂ ਦੇ ਵਿੱਚ ਹੋ ਜਾਊਗਾ। ਠੀਕ ਹੈ ਜੀ। ਸੋ ਪੂਰਾ ਕੰਮ ਕਿੰਨੇ ਦਿਨ ਚ ਹੋ ਜਾਊਗਾ 10 ਸਹੀ 1/4 ਦਿਨਾਂ ਚ। आई थिंक क्लीयर है। 2 दिनों 7 हो रहा है। सब तो पहला आप देखिया 7 कितनी बारी आऊगा 5 बार आऊगा 7 5 35 यानी 35 यूनिट तक 7 कितनी बार आ रहा है 5 बार आ रहा है। और एक बार 7 का मतलब 2 दिन 10 दिन हो गए। तो बाकी अगला टर्न ए दा आऊगा 1 यूनिट कम कर दूगा किन्ने दिन च करता है 1/4 दिनों। ठीक है जी। सो ये नाल दा क्वेश्चन होर ट्राई करते हैं तुसीं भी करो। देखो की है कहंदा ए किसी काम नूं मान लो 72 दिनों के विच करदा है और बी उस काम नूं 18 दिनों के विच करदा है। ए किसी काम नूं 72 दिन च करदा है तो बी उस काम नूं किस करदा बच्चे 18 दिनों के विच करदा है। ठीक है। तो कहना दोवें सॉरी अल्टरनेट डेज से काम स्टार्ट करते हैं। कहना जेकर ए काम स्टार्ट करे कौन काम स्टार्ट करे ए काम स्टार्ट करता है तो पता करो पूरा काम किन्ने दिन दे विच हो जाऊगा। ठीक है। सेम उवी है अल्टरनेट डेज वाला ही है। तो जे इकर ए करे तो पूरा काम किन्ने दिन च हो जाऊगा। सो आप उवें ही करांगे। पूरा काम कितना आ गया इन्हां दा एलसीएम यानी कि कितना आ गया 72 यूनिट आ गया। हुण ए 72 दिनों 72 यूनिट काम करता है यानी ए है जिहड़ा वो एक दिन दे विच 1 यूनिट काम करता है। देखो ए ने 72 दिनों के 72 यूनिट काम किया तो इट मीनस ए ने एक दिन दे विच 1 यूनिट काम किया। बी है जिहड़ा वो 18 दिनों 72 करता है यानी बी है जिहड़ा वो एक दिन दे विच 4 यूनिट काम करता है। ठीक है जी। सो अल्टरनेट ही करना है। सो आप कहेंगे पहले दिन ए ने काम शुरू किया तो ए कितना करूगा 1 यूनिट। दूजे दिन बी करूगा बी कितना करूगा 4 यूनिट। फिर अगे आके ए करूगा कितना करूगा 1 यूनिट। फिर बी करूगा कितना 4 यूनिट। यानी कि तुसीं ये देखो हरेक 2 दिन दे विच कितना काम हो रहा है 5 यूनिट यानी 5 यूनिट इत्थे हो गया 2 दिन च। अगले 2 दिन च भी कितना हो गया 5 यूनिट हो गया। यानी कि ये पैटर्न इदां ही चलता रहूगा भी 2 दिनों च 5 यूनिट काम हो रहा। हुण 5 कितनी बार आऊगा। सो 72 यूनिट कम है 5 कितनी बार आऊगा। सो असीं देखिया सो 14 5 70 हुंदा बच्चे तो यानी 70 यूनिट कम तक 5 कितनी बार आऊगा 14 बार आऊगा। सो ये 5 14 बार आ गया। ठीक है। कितनी बार आऊगा 14 बार यानी कि ये 70 यूनिट कम तक 5 कितनी बार आया बच्चे 14 बार आया। और एक बार 5 आने का मतलब की है 2 दिन। सो 2 2 इस तरह 2 2 कितना हो गया 14 ये हो गए। सो 14 दूनी किन्ने हो गए 28 दिन हो गए। यानी कि असी ये कह सकते हाँ भी 28 दिनों के विच 70 यूनिट कम हो गया। 28 दिनों कितना कम हो गया 70 यूनिट कम हो गया। ठीक है जी। हुण अगर 28 दिनों के विच 70 यूनिट कम हो गया तो हुण 2 यूनिट रह गया। अगला टर्न किहदा होगा ए दा। अगला टर्न किहदा होगा ए दा होगा। सो ए है जिहड़ा एक दिन दे विच कितना कम करदा बच्चे 1 यूनिट कम करदा। एक दिन च कितना करदा 1 यूनिट कम करदा। सो कितना हो गया 70 71 तो एक दिन ऐड हो गया यानी कितने हो गए 29 दिन हो गए। ठीक है जी। 70 ते कितना हो गया 71 यानी कि 29 दिन हो गए। हुण इस तो बाद अगला टर्न किहदा होगा बी दा होगा। हुण बी ने करना है। हुण कम रह कितना गया देखो 72 यूनिट कम सी जिहदे विचों 71 यूनिट कम हो गया तो जिहदे विचों 71 हो गया तो रह कितना गया 1 यूनिट कम हो गया। सो वो 1 यूनिट कम कौन करूगा बी कर दूगा 72 हो गया। लेकिन बी ने 1 यूनिट कम करना है पूरे दिन च बी कितना करता है 4 यूनिट कम करता है पर 1 यूनिट कम कितने दिन च कर दूगा फिर 1/4 दिन च। यानी कि 29 ते 1/4 ये हो गई। तो तुसी कह सकते हो पूरा काम है जिहड़ा वो 29 1/4 दिनों के विच हो जाऊगा। पूरा काम कितने दिन च हो जाऊगा 29 1/4 दिनों के विच जिहड़ा हैगा वो पूरा काम हो जाऊगा। ठीक है बच्चे। सो उम्मीद करदा समझ आया होगा। चलो अगे चलते हैं अगली टाइप के उपर। देखो हुण जिहड़ी अगली टाइप है बच्चे बहुत इंपोर्टेंट टाइप है। ठीक है। देखो समझो इहनूं ध्यान नाल। देखो क्वेश्चन की आऊगा तुहानूं आऊगा भी ए ते बी दोवें मिल के किसी काम नूं 18 दिनों च कर देंदे ने। ठीक है जी। बी ते सी दोवें मिल के उस काम नूं 24 दिनों च कर देंदे ने। सी ते ए दोवें मिल के उस काम नूं 36 दिनों दे विच कर देंदे ने। ठीक है।
ਤਾਂ ਤੁਹਾਡਾ ਕੁਐਸਚਨ ਹੋਊਗਾ ਪਤਾ ਕਰੋ ਬੱਚਿਓ ਵੀ A B ਤੇ C ਤਿੰਨੋਂ ਮਿਲ ਕੇ ਉਸ ਕੰਮ ਨੂੰ ਕਿੰਨੇ ਦਿਨ ਚ ਕਰ ਦੇਣਗੇ। ਜਾਂ ਫਿਰ ਦੂਜਾ ਕੁਐਸਚਨ ਇਹ ਵੀ ਪੁੱਛ ਸਕਦੇ ਨੇ ਪਤਾ ਕਰੋ ਵੀ ਜੇ A ਇਕੱਲਾ ਕਰੇ ਤਾਂ ਉਸ ਕੰਮ ਨੂੰ ਕਿੰਨੇ ਦਿਨ ਦੇ ਵਿੱਚ ਕਰ ਦਊਗਾ। ਠੀਕ ਹੈ ਜੀ, ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਵੀ ਟੋਟਲ ਵਰਕ ਕਿੰਨਾ ਹੈ। ਟੋਟਲ ਵਰਕ ਕੀ ਹੋਊਗਾ, ਇਹਨਾਂ ਦਾ ਐਲਸੀਐਮ ਆ ਗਿਆ, ਵੱਡਾ ਨੰਬਰ 36 ਚੱਕਿਆ, 36 ਨੂੰ 24 ਡਿਵਾਈਡ ਨਹੀਂ ਕਰਦਾ, 36 ਦਾ ਡਬਲ 72, ਤਾਂ 72 ਨੂੰ ਇਹ ਸਾਰੇ ਨੰਬਰ ਡਿਵਾਈਡ ਕਰ ਦੇਣੇ, ਯਾਨੀ ਟੋਟਲ ਵਰਕ ਹੋ ਗਿਆ 72 ਯੂਨਿਟ ਹੋ ਗਿਆ। ਹੁਣ ਇਸ 72 ਯੂਨਿਟ ਨੂੰ A ਤੇ B ਦੋਵੇਂ ਜਣੇ ਮਿਲ ਕੇ 18 ਦਿਨਾਂ 'ਚ ਕਰਦੇ ਨੇ। 72 ਯੂਨਿਟ ਕੰਮ ਨੂੰ A ਤੇ B ਕਿੰਨੇ ਦਿਨ 'ਚ ਕਰਦੇ ਨੇ, 18 ਦਿਨਾਂ 'ਚ, ਯਾਨੀ ਫਿਰ A ਤੇ B ਇੱਕ ਦਿਨ 'ਚ ਕਿੰਨਾ ਕੰਮ ਕਰਦੇ ਨੇ, 4 ਯੂਨਿਟ। ਸੋ ਅਸੀਂ ਮੰਨ ਲਾਂਗੇ ਵੀ A ਤੇ B ਇੱਕ ਦਿਨ ਦੇ ਵਿੱਚ 4 ਯੂਨਿਟ ਕੰਮ ਕਰਦੇ ਨੇ। B ਤੇ C 24 ਦਿਨਾਂ 'ਚ 72 ਕਰਦੇ ਨੇ, ਯਾਨੀ ਫਿਰ ਦੋਵੇਂ ਮਿਲ ਕੇ ਇੱਕ ਦਿਨ 'ਚ ਕਿੰਨਾ ਕਰਦੇ ਨੇ, 3 ਯੂਨਿਟ ਕੰਮ ਕਰਦੇ ਨੇ। C ਤੇ A 36 ਦਿਨਾਂ 'ਚ 72 ਕਰਦੇ ਨੇ, ਯਾਨੀ ਇੱਕ ਦਿਨ 'ਚ ਕਿੰਨਾ ਕੰਮ ਕਰਦੇ ਨੇ, 2 ਯੂਨਿਟ ਕੰਮ ਕਰਦੇ ਨੇ। ਤਾਂ ਇਹ ਸਾਰੇ ਜਣੇ ਮਿਲ ਕੇ ਇੱਕ ਦਿਨ 'ਚ ਕਿੰਨਾ ਕਰਨਗੇ, ਦੇਖੋ 4 3 7 ਤੇ 2 9 ਯੂਨਿਟ, ਯਾਨੀ ਕਿ ਸਾਰੇ ਜਣੇ ਮਿਲ ਕੇ ਇੱਕ ਦਿਨ ਦੇ ਵਿੱਚ 9 ਯੂਨਿਟ ਕੰਮ ਕਰਦੇ ਨੇ। ਤਾਂ ਇਹ ਸਾਰੇ ਕੌਣ ਹੋ ਗਏ, ਇਹ ਸਾਰੇ ਦੇ ਵਿੱਚ A ਨੇ ਕਿੰਨੀ ਵਾਰ ਕੰਮ ਕੀਤਾ, ਇੱਕ ਇਹ, ਯਾਨੀ 2 ਵਾਰੀ A ਨੇ ਕੰਮ ਕੀਤਾ। B ਤੇ B ਪਲੱਸ ਕਰਾਂਗੇ, 2 ਵਾਰੀ B ਦਾ ਕੰਮ ਹੈ ਤੇ 2 ਵਾਰੀ C ਦਾ ਕੰਮ ਹੈ, ਯਾਨੀ ਇਹ 2A 2B ਤੇ 2C ਦੇ ਸਾਰਾ ਕੰਮ ਕਿੰਨਾ, 9 ਯੂਨਿਟ ਹੈ। ਤਾਂ ਮੈਂ ਇਹਦੇ ਵਿੱਚੋਂ ਅਗਰ 2 ਨੂੰ ਬਾਹਰ ਕੱਢਣਾ ਤਾਂ ਮੇਰੇ ਕੋਲ ਕੀ ਆ ਗਿਆ ਵੀ 2 ਕਾਮਨ ਆ ਗਿਆ, ਤਾਂ A B ਤੇ C ਦਾ ਇੱਕ ਦਿਨ ਦਾ ਕੰਮ ਕਿੰਨਾ ਆ ਗਿਆ, ਸੋ 9 2 ਥੱਲੇ ਚਲਾ ਜਾਊਗਾ। ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਵੀ A B ਤੇ C ਅਗਰ ਤਿੰਨੋਂ ਮਿਲ ਕੇ ਇਕੱਠੇ ਕੰਮ ਕਰਦੇ ਨੇ ਤਾਂ ਉਹ ਇੱਕ ਦਿਨ ਦੇ ਵਿੱਚ 4.5 ਯੂਨਿਟ ਕੰਮ ਕਰਦੇ ਨੇ। ਕਿੰਨਾ ਕੰਮ ਕਰਦੇ ਨੇ, 4.5 ਯੂਨਿਟ। ਅਗਰ ਇਹ ਸਾਰੇ ਮਿਲ ਕੇ ਇੱਕ ਦਿਨ ਦੇ ਵਿੱਚ 4.5 ਯੂਨਿਟ ਕੰਮ ਕਰਦੇ ਨੇ ਤਾਂ ਕਹਿੰਦਾ ਦੱਸੋ ਫਿਰ ਪੂਰਾ ਕੰਮ ਕਿੰਨੇ ਦਿਨ 'ਚ ਕਰਨਗੇ। ਪੂਰਾ ਕੰਮ ਕਿੰਨਾ ਬੱਚੇ, 72। ਤਾਂ 72 ਕਿੰਨੀ ਦੇਰ 'ਚ ਹੋ ਜਾਊਗਾ, 72 ਨੂੰ ਇੱਕ ਦਿਨ 'ਚ 4.5 ਕਰਦੇ ਆ ਤਾਂ 4.5 ਨਾਲ ਅਸੀਂ ਡਿਵਾਈਡ ਕਰ ਦਾਂਗੇ। ਇੱਥੋਂ ਪੁਆਇੰਟ ਹਟਾਇਆ ਤੇ ਇੱਥੇ ਕਿੰਨਾ ਆ ਗਿਆ ਸਾਡਾ, 10। ਸੋ ਇਹ ਆ ਗਿਆ ਤੁਹਾਡਾ 9 5 45, 9 8 72, 5 दूनी 10, यानी कि A B ਤੇ C ਸਾਰੇ ਮਿਲ ਕੇ ਪੂਰਾ ਕੰਮ ਕਿੰਨੇ ਦਿਨ 'ਚ ਕਰ ਦੇਣਗੇ, 16 ਦਿਨ। ਸੋ ਇਸ ਕੁਐਸਚਨ ਦਾ ਆਨਸਰ ਕੀ ਆਊਗਾ ਵੀ ਅਗਰ A B ਤੇ C ਪੂਰੇ ਤਿੰਨੋਂ ਮਿਲ ਕੇ ਕੰਮ ਕਰਨ ਤਾਂ ਪੂਰਾ ਕੰਮ ਇਹ ਕਿੰਨੇ ਦਿਨ 'ਚ ਕਰ ਦੇਣਗੇ, 16 ਦਿਨਾਂ ਦੇ ਵਿੱਚ ਇਹ ਪੂਰਾ ਕੰਮ ਕਰ ਦੇਣਗੇ। ਠੀਕ ਹੈ ਬੱਚੇ, ਦੇਖੋ ਦੁਬਾਰਾ ਦੇਖੋ, A ਤੇ B 18 ਦਿਨਾਂ 'ਚ ਕਰਦੇ ਨੇ, ਇਹ 24 ਤਾਂ ਪੂਰਾ ਕੰਮ ਆ ਗਿਆ 72। ਅਗਰ ਇਹ 18 ਦਿਨਾਂ 'ਚ 72 ਕਰ ਰਹੇ ਨੇ ਤਾਂ ਇੱਕ ਦਿਨ 'ਚ ਕਿੰਨਾ ਕਰਨਗੇ, 4। ਅਗਰ ਇਹ 24 ਦਿਨ 'ਚ 72 ਕਰਦੇ ਨੇ ਤਾਂ ਇੱਕ ਦਿਨ 'ਚ ਕਿੰਨਾ ਕਰਨਗੇ, 3। ਇਹ 36 ਦਿਨਾਂ 'ਚ 72 ਕਰਦੇ ਨੇ ਤਾਂ ਇੱਕ ਦਿਨ 'ਚ 2। यानी कि ये सारे मिलके एक दिन च कितना काम कर रहे हैं, 9 यूनिट। सारे किन्ने हो गए, 2 वारी A 2 वारी B 2 वारी C, 2 बाहर कढ़िया। सो A B ते C यानी कि सारे मिलके एक दिन च 4.5 करते हैं तो 72 किन्ने देर च करेंगे। ठीक है जी, पहले क्वेश्चन आंसर मिल गया। हुण दूजा क्वेश्चन ये सी भी दसो जे A ने पूरा काम करना होवे कल्ले ने तो A पूरा काम किन्ने दिन च करेगा। तो हुण तुसीं देखो अगर A ने पूरा काम करना है तो तुहानूं पहलां ये पता होना चाहिए भी A जिहड़ा हैगा वो एक दिन दे विच किन्ना काम करदा है। जे तुहानूं पता लग गया भी A एक दिन दे विच किन्ना काम करदा है पूरा, तो फिर अपने आप ही पता लग जाऊगा। देखो इत्थों पता सानूं A B ते C है जिहड़े वो सारे मिल के एक दिन च 4.5 करदे ने, जिहदे विच B ते C असीं कढिया भी B ते C एक दिन च किन्ना करदे ने, 3 करदे ने। अगर B ते C एक दिन दे विच 3 करते हैं तो यदा मतलब की हो गया भी जिहड़ा A है ये 3 परा जाके माइनस हो जाऊगा, 4.5 माइनस 3, यानी A एक दिन दे विच कल्ला 1.5 यूनिट काम करदा है। एक दिन च कितना करदा है, 1.5 यूनिट काम करदा। अगर A एक दिन दे विच 1.5 यूनिट काम करदा पूरा काम कितना 72 कितनी देर च करेगा, तो 72 नूं असीं 1.5 नाल डिवाइड कर देंगे। ये पॉइंट हटाता बच्चे, इत्थे की लग गया 10। सो इत्थे हो गया 3 ती 5 ती 15, 5 दूनी 10। सो इत्थे आ गया साढ़े कोल 24। सो यानी कि पूरा काम है जिहड़ा ये किन्ने दिन च कर दूगा, 48 दिनां दे विच कर दूगा। सो क्लीयर है मेरे ख्याल। सो ये पूरा काम किन्ने दिन च कर दूगा, 48 दिनां दे विच पूरा काम कर दूगा। ठीक है जी, इत्थे उम्मीद करदा समझ आया होगा सारिआं नूं। सो ये नाल दा ही क्वेश्चन मैं तुहाडे लई दिंदा, तुसीं भी ट्राई करो। देखो क्वेश्चन की है, थोड़ा मैं इरेज कर देना इहनूं, तुसीं भी सारे इन्हें ट्राई करने, थोड़ा फास्ट कर लांगे ताकि सब नूं क्लीयर हो सके। ठीक है, लिखो क्वेश्चन है
क्वेश्चन है कहता ए ते बी दोवें मिलके किसी काम नूं 10 दिनां दे विच करदे ने, बी ते सी उसे काम नूं 15 दिनां दे विच करदे ने, ठीक है। सी ते ए उसे काम नूं किन्ने दिन च करदे ने, सॉरी बी ते सी कर लो 12 दिनां च करदे ने, ते सी ते ए किन्ने दिन च करदे ने 15 दिनां दे विच करदे ने। सो क्वेश्चन उही रहूगा अपना भी तीनों मिलके किन्ने दिन च करदे ने ते ए इकल्ला किन्ने दिन च करदा, ठीक है जी। सब तो पहला तो बच्चे उही करांगे भी टोटल कम देखांगे, टोटल कम की आऊगा जेड़ा 15 ते भी डिवाइड हो सके, 12 ते भी डिवाइड हो सके ते 10 ते भी, यानी 15 12 10 ते डिवाइड होने वाला तुसी मान लो टोटल कम कितना आ गया 60 यूनिट आ गया, टोटल कम कितना आ गया 60 यूनिट। हुण ये 10 दिनां दे विच दोवें 60 यूनिट कम करदे ने, यानी ए ते बी 10 दिनां दे विच 60 यूनिट कम करदे ने, यानी कि ए ते बी एक दिन च कितना कम करदे ने 6 यूनिट। बी ते सी दोवें मिल के 12 दिनां दे विच 60 करदे ने, ते यानी कि एक दिन च कितना करनगे 12 5 60, यानी कि दोवें मिल के एक दिन दे विच कितना कम करदे ने 5 यूनिट कम करदे ने। सी ते ए 15 दिनां 60 करते हैं, यानी सी ते ए एक दिन च कितना कम करते हैं 5 यूनिट कम करते हैं। तो ये सारे मिलके एक दिन च कितना करते हैं 6 5 11 4 15। तो तुसी कह सकते हो ये ट्वाइस ऑफ ए ट्वाइस ऑफ बी ट्वाइस ऑफ सी एक दिन च कितना करते हैं 15। सो जेकर असी ए बी सी का कढ़ना है तो 15 दो थले डिवाइड हो जाऊगा, यानी कि ए बी ते सी एक दिन दे विच कितना कम करते हैं 7.5 यूनिट कम करते हैं। अगर ए बी ते सी एक दिन च 7.5 यूनिट कम करते हैं तो पूरा काम कितने दिन च करनगे 7.5 नूं असीं 60 नाल डिवाइड 60 नूं 7.5 नाल डिवाइड कर देंगे, पॉइंट हटा के इत्थे 10 लाता, 15 5 75, 15 चौके 60, 5 दूनी 10, यानी कि किन्ने दिन दे विच 8 दिन दे विच। सो असीं कह सकते हैं भी ए बी ते सी पूरा काम सारे मिल के 8 दिनां दे विच कर देणगे। ए बी ते सी सारे जने मिल के पूरा काम किन्ने दिन दे विच कर देणगे 8 दिनां दे विच पूरा काम कर देणगे। उम्मीद है बच्चे क्लीयर होना सारिਆਂ ਨੂੰ। हाँ देखो असीं देखिया भी ए बी सी एक दिन च 7.5 करते हैं तो पूरा किन्ने दिन च करनगे 60 नूं 7.5 नाल डिवाइड किया तो 8 आ गया। हुण अगे ये सी भी ए कल्ला पूरा काम किन्ने दिन च करेगा। सब तो पहला ए देखांगे भी ए एक दिन च कितना करदा है। तुसीं देखो ए बी सी 7.5 करते हैं जिहदे विचों बी एक दिन दे विच 5 करदा है। अगर बी एक दिन दे विच 5 करदा है तो इट मीनस ए है जिहड़ा वो एक दिन च कितना करदा होगा 2.5 यूनिट कम। अगर ए एक दिन च 2.5 करदा है तो 60 किन्ने दिन च करूगा 60 नूं 2.5 नाल डिवाइड कर देंगे, पॉइंट हटा के इत्थे 10 लाता, 5 5 25, 5 दूनी 10, 12 5, यानी कि 24 यूनिट 24 दिनां च। यानी जे ए कल्ला करे तो वह इस काम नूं किन्ने दिन दे विच कर दूगा 24 दिनां दे विच कर दूगा। ठीक है बच्चे, उम्मीद करदा समझ आया होगा बच्चे। सो देखते हैं क्वेश्चन, नेक्स्ट क्वेश्चन इस वीडियो का कर दे रहे बच्चे। चलो बच्चे अगर वीडियो पसंद आ रही हो तो प्लीज़ लाइक जरूर करो तो शेयर भी करो अपने दोस्तों के विच। ठीक है। सो जे किसी ने ऑफलाइन कोचिंग लेनी है या ऑनलाइन कोचिंग लेनी है तो बच्चे साडे जिहड़ा ये नंबर है 98 148 94 729, इस नंबर पर कॉन्टैक्ट भी कर सकते हो। तुहानूं बहुत ही वधिया तरीके नाल पढ़ाया जाऊगा, क्योंकि बच्चे ऑनलाइन दे विच कई बारी तुहानूं नहीं पता लगता भी कोई पर्सन किवें दा पढ़ा रहा। ठीक है ना। सो प्लीज़ अगर तुसीं नेड़े तेड़े दे हो तो ऑफलाइन क्लासां जरूर लगाओ। ठीक है। हाँ जे किते दूर हो बच्चे फिर तो ऑनलाइन तो इलावा तुहाडे कोई काम है ही नहीं ना कोई जरिया। सो प्लीज़ जरूर लगाओ। ठीक है। सो अगला क्वेश्चन देखते हैं बच्चे, कहता ए ते बी दोवें मिल के किसी काम नूं करदे ने, मान लो 30 दिनां च करदे ने। ठीक है जी, ये लास्ट क्वेश्चन कर लेंगे आपां। बी ते सी दोवें मिल के उसे काम नूं किन्ने दिन च करदे ने 24 दिनां च करदे ने, ते सी ते ए दोवें मिल के उसे काम नूं किन्ने दिन च करदे ने 20 दिनां दे विच करदे ने। ठीक है जी। हुण वो कहता है, देखो क्वेश्चन दे विच उन्हें लिखिया दे स्टार्ट वर्क टुगैदर, सारे इकट्ठे काम शुरू करते हैं, बट आफ्टर 10 डेज बी एंड सी लैफ्ट द जॉब। 10 दिन बाद की हुंदा है बी ते सी काम छड्ड के चले जाते हैं। दैन फाइंड इन हाउ मैनी डेज
A will finish the remaining work, A will finish the remaining work। ਤਾਂ ਤੁਸੀਂ ਇਹ ਪਤਾ ਕਰਨਾ ਹੈ ਬੱਚੇ, ਦੱਸੋ ਵੀ ਜਿਹੜਾ ਬਾਕੀ ਬਚਿਆ ਕੰਮ ਹੈ ਉਸ ਕੰਮ ਨੂੰ A ਕਿੰਨੇ ਦਿਨ ਦੇ ਵਿੱਚ ਕਰੂਗਾ। ਠੀਕ ਹੈ, ਤੇ ਦੁਬਾਰਾ ਕੁਐਸਚਨ ਦੇਖ ਲਓ, ਕਹਿੰਦਾ A ਤੇ B ਦੋਵੇਂ ਮਿਲ ਕੇ ਕਿਸੇ ਕੰਮ ਨੂੰ ਕਿੰਨੇ ਦਿਨ 'ਚ ਕਰਦੇ ਨੇ, 30 ਦਿਨਾਂ 'ਚ ਕਰਦੇ ਨੇ। B ਤੇ C ਉਸੇ ਕੰਮ ਨੂੰ 24 ਦਿਨਾਂ 'ਚ ਕਰਦੇ ਨੇ। C ਤੇ A ਉਸੇ ਕੰਮ ਨੂੰ 20 ਦਿਨਾਂ 'ਚ ਕਰਦੇ ਨੇ। ਤਿੰਨੋਂ ਇਕੱਠੇ ਕੰਮ ਸ਼ੁਰੂ ਕਰਦੇ ਨੇ, ਬਟ ਹੁੰਦਾ ਕੀ ਹੈ 10 ਦਿਨ ਬਾਅਦ B ਤੇ C ਕੰਮ ਛੱਡ ਕੇ ਚਲੇ ਜਾਂਦੇ ਨੇ। ਤਾਂ ਪਤਾ ਕਰੋ ਬਾਕੀ ਬਚਿਆ ਕੰਮ A ਕਿੰਨੇ ਦਿਨ ਦੇ ਵਿੱਚ ਕਰੂਗਾ। ਠੀਕ ਹੈ, ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦਾ ਐਲਸੀਐਮ ਲੈਣਾ। ਸੋ ਟੋਟਲ ਐਲਸੀਐਮ ਕਿੰਨਾ ਆ ਗਿਆ ਇਹਨਾਂ ਦਾ, 120 ਯੂਨਿਟ ਆ ਗਿਆ। ਇੱਕ ਦਿਨ 'ਚ 4 ਯੂਨਿਟ ਕੰਮ ਕਰਨਗੇ, 5 ਇਹ ਕਿੰਨਾ ਕਰਨਗੇ 6, ਯਾਨੀ 4 5 9 ਤੇ 6 ਕਿੰਨਾ ਹੋ ਜਾਊਗਾ 15 ਯੂਨਿਟ। ਇਹ ਹੋ ਕੋਣਗੇ 2A 2B ਤੇ 2C। ਸੋ 2 ਕੋਮਨ ਕਰ ਲਾਂਗੇ, ਯਾਨੀ ਕਿ A B ਤੇ C ਹੈ ਜਿਹੜੇ ਉਹ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰਨਗੇ, A B ਤੇ C ਇੱਕ ਦਿਨ 'ਚ 15/2 ਯਾਨੀ ਕਿ 7.5 ਯੂਨਿਟ ਕੰਮ ਕਰਦੇ ਨੇ। ਇੱਥੋਂ ਕਲੀਅਰ ਹੋ ਗਿਆ ਵੀ A B ਤੇ C ਤਿੰਨੋਂ ਮਿਲ ਕੇ ਇੱਕ ਦਿਨ ਦੇ ਵਿੱਚ 7.5 ਯੂਨਿਟ ਕੰਮ ਕਰਦੇ ਨੇ। ਠੀਕ ਹੈ ਜੀ, ਹੁਣ ਇੱਥੋਂ ਤੱਕ ਕਲੀਅਰ ਹੈ ਸਾਨੂੰ ਵੀ A B ਤੇ C ਇੱਕ ਦਿਨ 'ਚ 7.5 ਯੂਨਿਟ ਕੰਮ ਕਰਦੇ ਨੇ। ਠੀਕ ਹੈ ਜੀ, ਹੁਣ ਉਹ ਕਹਿੰਦਾ ਹੈ ਵੀ A B ਤੇ C ਨੇ ਤਿੰਨਾਂ ਨੇ ਇਕੱਠੇ ਮਿਲ ਕੇ ਕੰਮ ਕੀਤਾ ਔਰ 10 ਦਿਨ ਕੰਮ ਕੀਤਾ। ਉਸ ਤੋਂ ਬਾਅਦ ਕੀ ਹੋਇਆ, B ਤੇ C ਕੰਮ ਛੱਡ ਕੇ ਚਲੇ ਗਏ, B ਤੇ C ਕੰਮ ਛੱਡ ਕੇ ਚਲੇ ਗਏ ਤੇ ਬਾਕੀ ਕੰਮ ਕਿਹਨੇ ਕਰਨਾ, ਹੁਣ A ਨੇ ਕਰਨਾ। ਕਿਹਨੇ ਕਰਨਾ, A ਨੇ ਕਰਨਾ। ਤਾਂ A ਬਾਕੀ ਬਚਿਆ ਕੰਮ ਕਿੰਨੇ ਦਿਨ 'ਚ ਕਰੂਗਾ। ਠੀਕ ਹੈ ਜੀ, ਹੁਣ ਸਾਨੂੰ ਪਤਾ ਹੈ A B ਤੇ C ਇੱਕ ਦਿਨ 'ਚ 7.5 ਕਰਦੇ ਨੇ, ਤਾਂ 10 ਦਿਨ ਦੇ ਵਿੱਚ ਕਿੰਨਾ ਕੰਮ ਕਰ ਦੇਣਗੇ, 7.5 ਨੂੰ ਅਗਰ 10 ਨਾਲ ਗੁਣਾ ਕਰੀਏ ਯਾਨੀ 75 ਯੂਨਿਟ। ਸੋ 75 ਯੂਨਿਟ ਕੰਮ ਹੋ ਗਿਆ। ਟੋਟਲ ਕੰਮ ਕਿੰਨਾ ਸੀ 120। ਸੋ 120 ਦੇ ਵਿੱਚੋਂ 75 ਹੋ ਗਿਆ, ਸੋ ਬਾਕੀ ਕਿੰਨਾ ਰਹਿ ਗਿਆ 45। ਸੋ ਇਹ 45 ਯੂਨਿਟ ਕੰਮ ਕਿਹਨੇ ਕਰਨਾ ਹੈ ਬੱਚੇ, A ਨੇ ਕਰਨਾ ਹੈ। ਕਿਹਨੇ ਕਰਨਾ ਹੈ, A ਨੇ। ਸੋ ਬਾਕੀ ਦਾ ਬਚਿਆ 45 ਯੂਨਿਟ ਕੰਮ ਕਿਹਨੇ ਕਰਨਾ ਹੈ, A ਨੇ ਕਰਨਾ ਹੈ। ਤਾਂ ਇਹ 45 ਯੂਨਿਟ ਕੰਮ ਕਿੰਨੇ ਦਿਨ 'ਚ ਕਰ ਦੂਗਾ। ਹੁਣ A ਦਾ ਤਾਂ ਕੱਢਾਂਗੇ ਜੇ ਸਾਨੂੰ ਪਤਾ ਹੋਵੇ ਵੀ A ਇੱਕ ਦਿਨ ਦੇ ਵਿੱਚ ਕਿੰਨਾ ਕਰਦਾ ਹੈ। ਤਾਂ ਤੁਸੀਂ ਦੇਖੋ ਸਾਨੂੰ ਪਤਾ ਹੈ ਵੀ A B ਤੇ C ਸਾਰੇ ਮਿਲ ਕੇ ਇੱਕ ਦਿਨ 'ਚ 7.5 ਯੂਨਿਟ ਕੰਮ ਕਰਦੇ ਨੇ, ਜਿਹਦੇ ਵਿੱਚ B ਤੇ C ਇੱਕ ਦਿਨ 'ਚ ਕਿੰਨਾ ਕਰਦੇ ਨੇ 5। ਅਗਰ B ਤੇ C ਇੱਕ ਦਿਨ 'ਚ 5 ਕਰਦੇ ਨੇ ਤਾਂ ਇਹਦਾ ਮਤਲਬ ਪਰਾਂ ਜਾ ਕੇ ਮਾਈਨਸ ਹੋ ਗਿਆ। ਸੋ A ਇਕੱਲਾ ਇੱਕ ਦਿਨ ਦੇ ਵਿੱਚ 2.5 ਯੂਨਿਟ ਕੰਮ ਕਰਦਾ ਹੈ। ਇੱਕ ਦਿਨ 'ਚ ਕਿੰਨਾ ਕੰਮ ਕਰਦਾ ਹੈ, 2.5 ਯੂਨਿਟ ਕੰਮ ਕਰਦਾ ਹੈ। ਠੀਕ ਹੈ, ਦੇਖੋ ਸਾਰੇ 7.5 ਕਰਦੇ ਨੇ, B ਤੇ C 5 ਕਰ ਰਹੇ ਨੇ, ਤਾਂ ਇਹ ਕਿੰਨਾ ਕਰੂਗਾ 2.5। ਅਗਰ ਇਹ ਇੱਕ ਦਿਨ 'ਚ 2.5 ਕਰਦਾ ਤਾਂ 45 ਕਿੰਨੇ ਦਿਨ 'ਚ ਕਰੂਗਾ, 45 ਨੂੰ ਅਸੀਂ 2.5 ਨਾਲ ਡਿਵਾਈਡ ਕਰ ਦਾਂਗੇ। ਪੁਆਇੰਟ ਹਟਾਇਆ, ਇੱਥੇ ਲਾਇਆ 10, 5 5 25, 5 ਦੂਣੀ 10, 5 9 45 ਯਾਨੀ ਕਿ 18 ਦਿਨ। ਸੋ ਸਾਡੇ ਕੋਲ ਆਨਸਰ ਆ ਜਾਊਗਾ ਵੀ ਬਾਕੀ ਬਚਿਆ ਕੰਮ ਹੈ ਜਿਹੜਾ ਇਹ 18 ਦਿਨਾਂ ਦੇ ਵਿੱਚ ਕਰ ਦੂਗਾ। ਠੀਕ ਹੈ, ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਸੋ ਪਲੀਜ਼ ਚੈਨਲ ਨੂੰ ਲਾਈਕ ਜ਼ਰੂਰ ਕਰੋ, ਸਬਸਕ੍ਰਾਈਬ ਕਰੋ। ਆਉਣ ਵਾਲੇ ਅਗਲੇ ਪਾਰਟ ਦੇ ਵਿੱਚ ਅਸੀਂ ਐਫੀਸ਼ੀਐਂਸੀ ਦੇ ਕੁਐਸਚਨ ਲੈ ਕੇ ਆਵਾਂਗੇ, ਜੋ ਕਿ ਟਾਈਮ ਐਂਡ ਵਰਕ ਦੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ। ਐਫੀਸ਼ੀਐਂਸੀ ਦੇ ਵਿੱਚ ਪੂਰਾ ਟਾਈਮ ਐਂਡ ਵਰਕ ਕਰਾਂਗੇ, ਬਹੁਤ ਡੀਪਲੀ ਲੈ ਕੇ ਜਾਵਾਂਗੇ। ਹਜੇ ਤੱਕ ਆਪਾਂ 3 ਵੀਡੀਓਜ਼ ਕੀਤੀਆਂ ਨੇ ਔਰ 3 ਵੀਡੀਓ 'ਚ ਆਪਾਂ ਕੁਝ ਟਾਈਪਸ ਕਵਰ ਕੀਤੀਆਂ ਨੇ। ਠੀਕ ਹੈ, ਸੋ ਬੱਚੇ ਜੇ ਕਿਸੇ ਨੇ ਸਾਡਾ ਆਫਲਾਈਨ ਬੈਚ ਸਟਾਰਟ ਕਰਨਾ ਹੈ ਤਾਂ 98 148 94 729 ਤੁਹਾਡੇ ਕੋਲ ਨੰਬਰ ਹੈਗਾ। ਠੀਕ ਹੈ, ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਨਾਲ ਹੀ ਨਾਲ ਸਾਡੇ ਐਪ ਹੈ ਬੱਚੇ ਵਾਨਿਆ ਐਜੂਕੇਸ਼ਨ ਸਰਵਿਸਿਜ਼। ਤੁਸੀਂ ਪਲੇ ਸਟੋਰ ਤੋਂ ਵਾਨਿਆ ਐਜੂਕੇਸ਼ਨ ਸਰਵਿਸਿਜ਼ ਦੀ ਐਪ ਡਾਊਨਲੋਡ ਕਰ ਸਕਦੇ ਹੋ। ਸਾਡੇ ਜਿੰਨੇ ਵੀ ਲੈਕਚਰਸ ਨੇ ਮੈਥ, ਰੀਜ਼ਨਿੰਗ, ਇੰਗਲਿਸ਼ ਦੇ ਜਾਂ ਜੀਕੇ ਦੇ, ਉਹ ਉਸ ਐਪ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਸੋ ਜਿਸ ਬੱਚੇ ਨੂੰ ਜ਼ਰੂਰਤ ਹੈ ਵੀ ਸਾਨੂੰ ਮੈਥਸ ਜਾਂ ਰੀਜ਼ਨਿੰਗ ਜਾਂ ਇੰਗਲਿਸ਼ ਅਸੀਂ ਸਟਰੋਂਗ ਕਰਨੀ ਹੈ ਤਾਂ ਉਹ ਉੱਥੋਂ ਪਰਚੇਜ਼ ਕਰਕੇ ਆਪਣੀ ਕਲਾਸਿਸ ਸਟਾਰਟ ਕਰ ਸਕਦਾ ਰਿਕਾਰਡਡ ਲੈਕਚਰ ਦੀ। ਬਾਕੀ ਲਾਈਵ ਕਲਾਸਿਸ ਵਿੱਚ ਜ਼ਰੂਰ ਜਲਦੀ ਹੀ ਸ਼ੁਰੂ ਹੋਣਗੀਆਂ, ਬਾਕੀ ਆਫਲਾਈਨ ਸਟਾਰਟ ਹੋ ਚੁੱਕਿਆ। ਸੋ ਥੈਂਕ ਯੂ ਸੋ ਮਚ, ਮਿਲਦੇ ਹਾਂ ਆਪਾਂ ਕੱਲ੍ਹ। ਠੀਕ ਹੈ।